Dear students, welcome to science class. Today we will discuss about force, work and energy. First of all, observe these two pictures. In the first picture, a person is pushing a trolley away from his body, and in the second picture, a man is pulling the trolley towards his body. यानी कि पहली पिक्चर ਦੇ ਵਿੱਚ ਆਦਮੀ ਹੈ ਜਿਹੜਾ ਉਹ ਟਰਾਲੀ ਨੂੰ ਆਪਣੇ ਤੋਂ ਦੂਰ ਤੱਕ ਰਿਹਾ ਹੈ ਔਰ ਦੂਸਰੀ ਪਿਕਚਰ ਦੇ ਵਿੱਚ ਆਦਮੀ ਹੈ ਜਿਹੜਾ ਟਰਾਲੀ ਨੂੰ ਆਪਣੇ ਵੱਲ ਖਿੱਚ ਰਿਹਾ ਹੈ ਇਨ ਬੋਥ ਦੀ ਸਿਚੁਏਸ਼ਨ ਵਨ ਥਿੰਗ ਇਜ਼ ਕਾਮਨ ਐਪਲੀਕੇਸ਼ਨ ਆਫ ਫੋਰਸ ਦੋਨੋਂ ਸਿਚੁਏਸ਼ਨ ਦੇ ਵਿੱਚ ਫੋਰਸ ਅਪਲਾਈ ਹੋਇਆ ਹੈ ਫੋਰਸ ਮੀਨਸ ਤਾਕਤ ਬਲ ਸ਼ਕਤੀ ਸਮਾਨ ਨੂੰ ਧੱਕਣ ਲਈ ਵੀ ਫੋਰਸ ਅਪਲਾਈ ਹੋਇਆ ਹੈ ਔਰ ਆਪਣੇ ਵੱਲ ਖਿੱਚਣ ਲਈ ਵੀ ਫੋਰਸ ਅਪਲਾਈ ਹੋਇਆ ਹੈ In our daily life, we perform many actions that involve a push or a pull. For example, closing or opening of a door. When we close a door, push force is applied, and when we open a door, pull force is applied. ਕਿਸੇ ਚੀਜ਼ ਨੂੰ ਆਪਣੇ ਤੋਂ ਦੂਰ ਧੱਕਣ ਲਈ ਔਰ ਆਪਣੇ ਵੱਲ ਖਿੱਚਣ ਲਈ ਜਿਹੜੀ ਤਾਕਤ ਲੱਗਦੀ ਹੈ ਬਲ ਲੱਗਦਾ ਹੈ ਉਹਨੂੰ ਅਸੀਂ ਫੋਰਸ ਬੋਲਦੇ ਹਾਂ A push or a pull on an object is called force. Effects of force. We cannot see force, but we can see its effect. Let us learn about these effects. Number 1. Force can stop a moving object. When a force is applied on an object in opposite direction, it can slow down or stop a moving object. ਜਦੋਂ ਅਸੀਂ ਕਿਸੇ ਮੂਵ ਕਰ ਰਹੀ ਚੀਜ਼ ਆਬਜੈਕਟ 'ਤੇ ਆਪੋਜ਼ਿਟ ਡਾਇਰੈਕਸ਼ਨ 'ਚ ਫੋਰਸ ਅਪਲਾਈ ਕਰਦੇ ਹਾਂ ਯਾਨੀ ਕਿ ਜਿਸ ਡਾਇਰੈਕਸ਼ਨ ਦੇ ਵਿੱਚ ਮੂਵਮੈਂਟ ਹੋ ਰਹੀ ਹੈ ਉਸ ਤੋਂ ਉਲਟ ਡਾਇਰੈਕਸ਼ਨ ਦੇ ਵਿੱਚ ਫੋਰਸ ਅਪਲਾਈ ਕਰਦੇ ਹਾਂ ਤਾਂ ਜਿਹੜੀ ਆਬਜੈਕਟ ਹੈ ਉਸ ਦੀ ਮੂਵਮੈਂਟ ਰੁਕ ਜਾਂਦੀ ਹੈ ਫੋਰ ਐਗਜ਼ਾਮਪਲ ਫੋਰਸ ਅਪਲਾਈਡ ਬਾਈ ਅ ਪਲੇਅਰ ਔਨ ਅ ਮੂਵਿੰਗ ਫੁੱਟਬਾਲ ਸਟਾਪਸ ਇਟ ਨੰਬਰ 2 ਫੋਰਸ ਕੈਨ ਮੂਵ ਅ ਸਟੇਸ਼ਨਰੀ ਆਬਜੈਕਟ When you apply a force on a stationary object, it moves it in the direction of force. Stationary means ਰੁਕੀ ਹੋਈ ਚੀਜ਼ ਜਦੋਂ ਅਸੀਂ ਕਿਸੇ ਰੁਕੀ ਹੋਈ ਚੀਜ਼ 'ਤੇ ਆਪਣਾ ਫੋਰਸ ਅਪਲਾਈ ਕਰਦੇ ਹਾਂ ਤਾਂ ਜਿਹੜੀ ਉਹ ਆਬਜੈਕਟ ਹੈ ਉਹ ਉਸੇ ਡਾਇਰੈਕਸ਼ਨ 'ਚ ਮੂਵ ਕਰਦੀ ਹੈ ਜਿਸ ਡਾਇਰੈਕਸ਼ਨ 'ਚ ਅਸੀਂ ਫੋਰਸ ਲਗਾਇਆ ਹੈ ਫੋਰ ਐਗਜ਼ਾਮਪਲ ਅ ਪਲੇਅਰ ਮੂਵਸ ਅ ਫੁੱਟਬਾਲ ਬਾਈ ਕਿਕਿੰਗ ਇਟ Number 3. Force can change the direction of a moving object. Force apply ਕਰਕੇ ਅਸੀਂ ਕਿਸੇ ਵੀ moving object ਦੀ direction ਨੂੰ ਯਾਨੀ ਕਿ ਦਿਸ਼ਾ ਨੂੰ change ਕਰ ਸਕਦੇ ਹਾਂ. For example, force applied by the batsman changes the direction of the ball. Similarly, force applied on steering wheel changes the direction of a moving car. ਜਦੋਂ ਅਸੀਂ ਕਾਰ ਦੇ ਸਟੀਅਰਿੰਗ ਵੀਲ 'ਤੇ ਫੋਰਸ ਅਪਲਾਈ ਕਰਦੇ ਹਾਂ ਉਹਨੂੰ ਇੱਕ ਡਾਇਰੈਕਸ਼ਨ ਤੋਂ ਦੂਸਰੀ ਡਾਇਰੈਕਸ਼ਨ 'ਚ ਟਰਨ ਕਰਦੇ ਹਾਂ ਤਾਂ ਜਿਹੜੀ ਕਾਰ ਹੈ ਉਹ ਵੀ ਉਸੇ ਡਾਇਰੈਕਸ਼ਨ 'ਚ ਮੂਵ ਕਰਨਾ ਸ਼ੁਰੂ ਕਰ ਦਿੰਦੀ ਹੈ ਇਟ ਮੀਨਸ ਫੋਰਸ ਕੈਨ ਚੇਂਜ ਦੀ ਡਾਇਰੈਕਸ਼ਨ ਆਫ ਅ ਮੂਵਿੰਗ ਆਬਜੈਕਟ ਨੰਬਰ 4 ਫੋਰਸ ਕੈਨ ਚੇਂਜ ਦਾ ਸ਼ੇਪ ਆਫ ਐਨ ਆਬਜੈਕਟ ਅਸੀਂ ਫੋਰਸ ਅਪਲਾਈ ਕਰਕੇ ਆਬਜੈਕਟ ਦੀ ਸ਼ੇਪ ਨੂੰ ਚੇਂਜ ਕਰ ਸਕਦੇ ਹਾਂ ਫੋਰ ਐਗਜ਼ਾਮਪਲ ਫੋਰਸ ਅਪਲਾਈਡ ਬਾਈ ਹੈਂਡਸ ਚੇਂਜਸ ਦਾ ਸ਼ੇਪ ਆਫ ਦੀ ਡੋ ਹੱਥਾਂ ਨਾਲ ਫੋਰਸ ਅਪਲਾਈ ਕਰਕੇ ਅਸੀਂ ਆਟੇ ਦੀਆਂ ਗੋਲ ਗੋਲ ਪੇੜੇ ਨੇ ਜਿਹੜੇ ਉਹਨਾਂ ਨੂੰ ਰੋਟੀ ਦੀ ਸ਼ੇਪ ਦੇ ਵਿੱਚ ਚੇਂਜ ਕਰ ਦਿੰਦੇ ਹਾਂ ਸਿਮਿਲਰਲੀ ਫੋਰਸ ਅਪਲਾਈਡ ਬਾਈ ਹੈਂਡ ਚੇਂਜਸ ਦਾ ਸ਼ੇਪ ਆਫ ਦੀ ਟਿਨ ਜਦੋਂ ਅਸੀਂ ਆਪਣੇ ਹੱਥਾਂ ਦੇ ਨਾਲ ਕਿਸੇ ਪਲਾਸਟਿਕ ਬੋਟਲ ਨੂੰ ਜਾਂ ਟਿਨ ਨੂੰ ਪ੍ਰੈਸ ਕਰਦੇ ਹਾਂ ਤਾਂ ਉਹਦੀ ਸ਼ੇਪ ਚੇਂਜ ਹੋ ਜਾਂਦੀ ਹੈ ਇਟ ਮੀਨਸ ਫੋਰਸ ਕੈਨ ਚੇਂਜ ਦਾ ਸ਼ੇਪ ਆਫ ਐਨ ਆਬਜੈਕਟ Types of forces. Number 1, magnetic force. Number 2, electrostatic force. Number 3, gravitational force or gravity. Number 4, buoyant force. Number 5, frictional force or friction. Let's discuss them one by one. First type of force is magnetic force or magnetism. ਤੁਸੀਂ ਨੋਟਿਸ ਕਰਿਆ ਹੋਣਾ ਹੈ ਕਿ ਜਿਹੜੀਆਂ ਲੋਹੇ ਦੀਆਂ ਕਿੱਲ ਹੁੰਦੀਆਂ ਨੇ ਆਇਰਨ ਨੇਲਸ ਜੇ ਅਸੀਂ ਉਹਨਾਂ ਨੂੰ ਮੈਗਨੇਟ ਦੇ ਕੋਲ ਰੱਖੀਏ ਚੁੰਬਕ ਦੇ ਕੋਲ ਰੱਖੀਏ ਤਾਂ ਉਹ ਸਾਰੀਆਂ ਮੈਗਨੇਟ ਵੱਲ ਖਿੱਚੀਆਂ ਚਲੀਆਂ ਜਾਂਦੀਆਂ ਨੇ ਵਾਈ ਬਿਕੋਜ਼ ਮੈਗਨੇਟ ਅਟਰੈਕਟਸ ਮੈਟਲ ਲਾਈਕ ਆਇਰਨਸ ਦਿਸ ਇਜ਼ ਨੋਨ ਐਜ਼ ਮੈਗਨੈਟਿਕ ਫੋਰਸ ਔਰ ਮੈਗਨੇਟਿਜ਼ਮ Second type of force is electrostatic force, the force that a charged body exerts on another charged or uncharged body is called electrostatic force.
ਜਦੋਂ ਅਸੀਂ ਇੱਕ ਆਬਜੈਕਟ ਨੂੰ ਦੂਸਰੀ ਆਬਜੈਕਟ ਦੇ ਨਾਲ ਰਬ ਕਰਦੇ ਹਾਂ, ਰਗੜਦੇ ਹਾਂ, ਤਾਂ ਉਹ ਚਾਰਜ ਹੋ ਜਾਂਦੀ ਹੈ ਔਰ ਚਾਰਜ ਹੋਣ ਕਰਕੇ ਉਹ ਲਾਈਟਰ ਆਬਜੈਕਟਸ ਨੂੰ, ਹਲਕੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਹੈ ਡਿਊ ਟੂ ਦ ਇਲੈਕਟ੍ਰੋਸਟੈਟਿਕ ਫੋਰਸ। ਫੋਰ ਐਗਜ਼ਾਮਪਲ, ਅਗਰ ਅਸੀਂ ਆਪਣੇ ਡਰਾਈ ਹੇਅਰ ਦੇ ਵਿੱਚ ਕੌਂਬ ਕਰੀਏ, ਕੰਘੀ ਕਰੀਏ, ਤਾਂ ਕੌਂਬ ਹੈ ਜਿਹੜੀ ਵਾਲਾਂ ਦੇ ਸੰਪਰਕ ਦੇ ਵਿੱਚ ਆਉਣ ਕਰਕੇ ਚਾਰਜ ਹੋ ਜਾਂਦੀ ਹੈ। ਇਸ ਕੌਂਬ ਦੇ ਕੋਲ ਅਗਰ ਅਸੀਂ ਪੇਪਰ ਦੇ ਕੁਝ ਹਲਕੇ ਟੁਕੜੇ ਲੈ ਕੇ ਜਾਈਏ ਤਾਂ ਉਹ ਉਹਨਾਂ ਨੂੰ ਆਪਣੇ ਵੱਲ ਖਿੱਚੇਗੀ, ਅਟਰੈਕਟ ਕਰੇਗੀ। ਦਿਸ ਇਜ਼ ਡਿਊ ਟੂ ਦ ਪ੍ਰੈਜ਼ੈਂਸ ਆਫ ਇਲੈਕਟ੍ਰੋਸਟੈਟਿਕ ਫੋਰਸ। Third type of force is gravitational force or gravity. The force that attracts object to the center of the earth is called gravitational force or gravity. ਜਦੋਂ ਅਸੀਂ ਕਿਸੇ ਚੀਜ਼ ਨੂੰ ਹਵਾ ਵਿੱਚ ਉਛਾਲਦੇ ਹਾਂ, ਫੋਰ ਐਗਜ਼ਾਮਪਲ ਬਾਲ, ਤਾਂ ਉਹ ਕੁਝ ਸਮੇਂ ਬਾਅਦ ਦੁਬਾਰਾ ਧਰਤੀ 'ਤੇ ਵਾਪਸ ਆ ਜਾਂਦੀ ਹੈ। ਜਾਂ ਜਦੋਂ ਅਸੀਂ ਜੰਪ ਕਰਦੇ ਹਾਂ ਤਾਂ ਥੋੜ੍ਹੇ ਸਮੇਂ ਬਾਅਦ ਦੁਬਾਰਾ ਫੇਰ ਅਰਥ ਸਰਫੇਸ 'ਤੇ ਆ ਜਾਂਦੇ ਹਾਂ। ਇਸੇ ਤਰ੍ਹਾਂ ਜਦੋਂ ਦਰੱਖਤਾਂ ਤੋਂ ਪੱਤੇ ਝੜਦੇ ਨੇ ਜਾਂ ਫਲ ਗਿਰਦੇ ਨੇ ਤਾਂ ਉਹ ਨੀਚੇ ਧਰਤੀ 'ਤੇ ਡਿੱਗਦੇ ਨੇ, ਬਜਾਏ ਉੱਪਰ ਜਾਣ ਦੇ। ਉੱਪਰ ਵੱਲ ਨੂੰ ਨਹੀਂ ਜਾਂਦੇ, ਨੀਚੇ ਧਰਤੀ ਵੱਲ ਗਿਰਦੇ ਨੇ। ਵਾਈ? ਬਿਕੋਜ਼ ਆਫ ਗ੍ਰੈਵਿਟੀ, ਕਿਉਂਕਿ ਜਿਹੜੀ ਅਰਥ ਹੈ, ਜਿਹੜੀ ਇਹ ਫੋਰਸ ਐਕਸਰਟ ਕਰਦੀ ਹੈ, ਹਰ ਇੱਕ ਚੀਜ਼ ਨੂੰ ਆਪਣੇ ਸਰਫੇਸ ਵੱਲ ਖਿੱਚਦੀ ਹੈ। ਦਿਸ ਇਜ਼ ਨੋਨ ਐਜ਼ ਗ੍ਰੈਵਿਟੀ ਔਰ ਗ੍ਰੈਵਿਟੇਸ਼ਨਲ ਫੋਰਸ। Next type of force is buoyant force. The upward force acting on an object in water is called buoyant force. ਉਹ ਫੋਰਸ ਜਿਸ ਵਜ੍ਹਾ ਨਾਲ ਆਬਜੈਕਟਸ ਨੇ ਜਿਹੜੀਆਂ ਉਹ ਪਾਣੀ ਦੇ ਵਿੱਚ ਫਲੋਟ ਕਰ ਸਕਦੀਆਂ ਨੇ, ਤੈਰ ਸਕਦੀਆਂ ਨੇ, ਉਸ ਫੋਰਸ ਨੂੰ ਅਸੀਂ ਬੋਲਦੇ ਹਾਂ buoyant force. Last type of force is frictional force or friction. A force that slows down or stops the movement of objects on a surface is called frictional force or friction. Friction ਦੀ ਵਜ੍ਹਾ ਦੇ ਨਾਲ ਆਬਜੈਕਟਸ ਦੀ ਮੂਵਮੈਂਟ ਹੈ ਜਿਹੜੀ ਉਹ ਸਲੋ ਹੋ ਜਾਂਦੀ ਹੈ ਜਾਂ ਰੁਕ ਜਾਂਦੀ ਹੈ। For example, when you roll a ball on a floor, it gradually slows down and finally stops. ਜਦੋਂ ਅਸੀਂ ਬਾਲ ਨੂੰ ਫਰਸ਼ ਦੇ ਉੱਪਰ ਰੋਲ ਕਰਦੇ ਹਾਂ ਤਾਂ ਕੁਝ ਸਮੇਂ ਬਾਅਦ 'ਚ ਉਹਦੀ ਮੂਵਮੈਂਟ ਹੈ ਜਿਹੜੀ ਸਲੋ ਹੋ ਜਾਂਦੀ ਹੈ ਔਰ ਫਿਰ ਰੁਕ ਜਾਂਦੀ ਹੈ, ਮੂਵ ਕਰਨਾ ਬੰਦ ਕਰ ਦਿੰਦੀ ਹੈ। ਵਾਈ ਡਜ਼ ਇਟ ਹੈਪਨਸ? ਇਟ ਹੈਪਨਸ ਡਿਊ ਟੂ ਫ੍ਰਿਕਸ਼ਨ। ਫ੍ਰਿਕਸ਼ਨ ਇਜ਼ ਐਨ ਅਪੋਜ਼ਿੰਗ ਫੋਰਸ। ਫ੍ਰਿਕਸ਼ਨ ਹੈ ਜਿਹੜੀ ਹਮੇਸ਼ਾ ਆਪੋਜ਼ਿਟ ਡਾਇਰੈਕਸ਼ਨ 'ਚ ਐਕਟ ਕਰਦੀ ਹੈ। ਜਿਸ ਡਾਇਰੈਕਸ਼ਨ 'ਚ ਆਬਜੈਕਟ ਦੀ ਮੂਵਮੈਂਟ ਹੋ ਰਹੀ ਹੈ, ਹਮੇਸ਼ਾ ਉਸ ਤੋਂ ਉਲਟ ਡਾਇਰੈਕਸ਼ਨ ਦੇ ਵਿੱਚ ਐਕਟ ਕਰਦੀ ਹੈ। ਇਟ ਇਜ਼ ਐਨ ਅਪੋਜ਼ਿੰਗ ਫੋਰਸ। ਐਡਵਾਂਟੇजेस ਆਫ ਫ੍ਰਿਕਸ਼ਨ। ਫ੍ਰਿਕਸ਼ਨ ਦੇ ਕੀ ਫਾਇਦੇ ਨੇ? ਨੰਬਰ 1, it helps us to walk. Friction between our feet and the ground help us to walk. Rougher the surface, greater is the friction. ਜਿੰਨਾ ਜ਼ਿਆਦਾ ਸਰਫੇਸ ਰਫ ਹੋਏਗਾ ਉਨੀ ਜ਼ਿਆਦਾ ਫ੍ਰਿਕਸ਼ਨ ਹੋਏਗੀ। ਇਸ ਲਈ ਜਦੋਂ ਅਸੀਂ ਸੜਕ 'ਤੇ ਚੱਲਦੇ ਹਾਂ ਜਾਂ ਖਰਦਰੇ ਫਰਸ਼ 'ਤੇ ਚੱਲਦੇ ਹਾਂ ਤਾਂ ਸਾਨੂੰ ਸਲਿੱਪ ਹੋਣ ਦਾ ਖਤਰਾ ਘੱਟ ਹੁੰਦਾ ਹੈ ਕਿਉਂਕਿ ਫ੍ਰਿਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ। ਸਮੂਦਰ ਦ ਸਰਫੇਸ, ਲੈਸਰ ਇਜ਼ ਦ ਫ੍ਰਿਕਸ਼ਨ। ਸਾਨੂੰ ਗਿੱਲੇ ਫਰਸ਼ ਦੇ ਉੱਪਰ ਚੱਲਣਾ ਜਾਂ ਸਮੂਦ ਔਰ ਪੋਲਿਸ਼ਡ ਫਰਸ਼ ਦੇ ਉੱਪਰ ਚੱਲਣਾ ਥੋੜ੍ਹਾ ਡਿਫਿਕਲਟ ਲੱਗਦਾ ਹੈ, ਉਸ ਤੋਂ ਅਸੀਂ ਸਲਿੱਪ ਕਰ ਸਕਦੇ ਹਾਂ। ਕਿਉਂ? ਕਿਉਂਕਿ ਉੱਥੇ ਫ੍ਰਿਕਸ਼ਨ ਬਹੁਤ ਘੱਟ ਹੁੰਦੀ ਹੈ। ਜਿੰਨਾ ਜ਼ਿਆਦਾ ਸਰਫੇਸ ਸਮੂਥ ਹੋਏਗਾ, ਫ੍ਰਿਕਸ਼ਨ ਉਨੀ ਹੀ ਘੱਟ ਹੋਏਗੀ। It helps in movement of vehicles. Friction between road and tires of vehicles make their movement possible. It helps us to write. Friction between pen or pencil and the paper makes it possible for us to write. Writing on a rough surface is easier than writing on a smooth surface. ਜਿੰਨਾ ਜ਼ਿਆਦਾ ਸਰਫੇਸ ਸਮੂਥ ਹੋਏਗਾ, ਲਿਖਣ ਦੇ ਵਿੱਚ ਉਨੀ ਹੀ ਪ੍ਰੋਬਲਮ ਆਏਗੀ। ਤੁਸੀਂ ਨੋਟਿਸ ਕਰਿਆ ਹੋਣਾ ਕਿ ਅਗਰ ਪੇਪਰ ਦੇ ਉੱਪਰ ਆਇਲ ਗਿਰਿਆ ਹੋਵੇ ਤਾਂ ਸਾਨੂੰ ਉੱਥੇ ਲਿਖਣ ਦੇ ਵਿੱਚ ਡਿਫਿਕਲਟੀ ਹੁੰਦੀ ਹੈ, ਅਸੀਂ ਉੱਥੇ ਈਜ਼ੀਲੀ ਨਹੀਂ ਲਿਖ ਸਕਦੇ। ਵਾਈ? ਬਿਕੋਜ਼ ਦੇਅਰ ਇਜ਼ ਵੈਰੀ ਲੈਸ ਫ੍ਰਿਕਸ਼ਨ ਬਿਟਵੀਨ ਯੋਰ ਪੈਨ ਐਂਡ ਆਇਲੀ ਪੇਪਰ। ਜਿੰਨਾ ਸਰਫੇਸ ਸਮੂਥ ਹੋਏਗਾ, ਫ੍ਰਿਕਸ਼ਨ ਉਨੀ ਹੀ ਘੱਟ ਹੋਏਗੀ। ਸੋ ਇਸ ਲਈ ਸਾਨੂੰ ਸਮੂਥ ਸਰਫੇਸ 'ਤੇ ਲਿਖਣਾ ਥੋੜ੍ਹਾ ਡਿਫਿਕਲਟ ਲੱਗਦਾ ਹੈ। Disadvantages of friction. Friction ਦੇ ਕੀ ਨੁਕਸਾਨ ਨੇ? It makes hard to slide heavy objects. Friction ਦੀ ਵਜ੍ਹਾ ਦੇ ਨਾਲ ਭਾਰੀ ਚੀਜ਼ਾਂ ਨੂੰ ਅਸੀਂ ਆਸਾਨੀ ਦੇ ਨਾਲ ਧੱਕ ਨਹੀਂ ਸਕਦੇ, ਸਲਾਈਡ ਨਹੀਂ ਕਰ ਸਕਦੇ। It produces heat that damages the machines. ਜੇ ਅਸੀਂ ਆਪਣੇ ਦੋਨਾਂ ਹੱਥਾਂ ਨੂੰ ਥੋੜ੍ਹੀ ਦੇਰ ਲਈ ਆਪਸ ਦੇ ਵਿੱਚ ਰਬ ਕਰੀਏ, ਰਗੜੀਏ, ਤਾਂ ਕੀ ਹੋਏਗਾ? ਹੱਥ ਗਰਮ ਹੋ ਜਾਣਗੇ ਕਿਉਂਕਿ ਹੀਟ ਪ੍ਰੋਡਿਊਸ ਹੋਈ ਹੈ। Same concept apply on machines.
Heat produced due to friction causes damage to machine parts such as car brakes, cycle brakes, or parts of sewing machine. To reduce friction or heat production, we do lubrication of machines. Lubrication means oiling. ਲੂਬਰੀਕੇਸ਼ਨ ਕਰਕੇ ਜਾਂ ਆਇਲਿੰਗ ਕਰਕੇ ਅਸੀਂ ਫ੍ਰਿਕਸ਼ਨ ਨੂੰ ਘਟਾ ਸਕਦੇ ਹਾਂ, ਕਿਉਂਕਿ ਜਿੰਨੀ ਫ੍ਰਿਕਸ਼ਨ ਘੱਟ ਹੋਏਗੀ ਮਸ਼ੀਨਰੀ ਨੂੰ ਨੁਕਸਾਨ ਉਨਾ ਹੀ ਘੱਟ ਹੋਏਗਾ. Friction damages the tires of vehicles and soles of our shoes.